हाँ जी, अपना अज का बेटे टॉपिक है फंक्शनस। वैरी इंपॉर्टेंट टॉपिक। बड़े ध्यान नाल आपां इहदे नाल रिलेटेड अज सारा बेसिक जिहड़ा हैगा इहदा नॉलेज अज लवांगे। बड़े ध्यान नाल तुसीं इह लेक्चर नूं सुनना है ते आपां शुरू करते हैं। देखो, सब तो पहलां आपां इहदी डेफिनेशन डिस्कस करते हैं। फंक्शन एज अ कोरसपोंडेंस के रूप च फंक्शन नूं किवें आपां डिफाइन कर सकते। लेट ए एंड बी टू नॉन एम्प्टी सैट्स, then a function f from set A to set B is a rule or method or correspondence which associate elements of A to elements of B such that f की है फंक्शन f एक की हुंदा है रूल हुंदा है जां इहनूं मैथड कह सकते हैं जां इसे correspondence कह सकते हैं ਜਿਹੜੇ A ਦੇ ਐਲੀਮੈਂਟਸ ਨੂੰ B ਦੇ ਐਲੀਮੈਂਟਸ ਨਾਲ ਐਸੋਸੀਏਟ ਕਰਦਾ ਹੈ। ਅਸੀਂ ਸਾਈਟ ਤੇ ਇੱਕ ਐਗਜ਼ਾਮਪਲ ਲਈ ਹੋਈ ਹੈ। ਦੇਖੋ, ਇਹ ਹੈਗਾ ਸੈੱਟ A ਸਾਡਾ, ਇਹ ਸੈੱਟ B ਹੈ। ਐਫ ਇੱਕ ਫੰਕਸ਼ਨ ਹੈ ਫਰੋਮ A to B, A ਤੋਂ B ਇੱਕ ਫੰਕਸ਼ਨ ਹੈ, ਯਾਨੀ A ਦੇ ਐਲੀਮੈਂਟਸ ਨੂੰ B ਨਾਲ ਐਸੋਸੀਏਟ ਕਰ ਰਿਹਾ। ਤਾਂ ਕਿਸ ਤਰੀਕੇ ਨਾਲ ਐਲੀਮੈਂਟਸ ਐਸੋਸੀਏਟ ਹੋਣੇ ਚਾਹੀਦੇ ਹੈ? ਆਲ ਐਲੀਮੈਂਟਸ ਆਫ ਸੈੱਟ A ਆਰ ਐਸੋਸੀਏਟਡ ਟੂ ਐਲੀਮੈਂਟਸ ਇਨ ਸੈੱਟ B। A ਸੈੱਟ ਦੇ ਸਾਰੇ ਐਲੀਮੈਂਟਸ बी ਦੇ ਐਲੀਮੈਂਟਸ ਨਾਲ ਐਸੋਸੀਏਟ ਹੋਣੇ ਚਾਹੀਦੇ। ਪਹਿਲੀ ਗੱਲ, ਕੋਈ ਵੀ ਐਲੀਮੈਂਟ ਬਾਕੀ ਨਹੀਂ ਬਚਣਾ ਚਾਹੀਦਾ। ਆਲ ਐਲੀਮੈਂਟਸ ਇੱਥੇ ਮੈਂ ਗੱਲ ਕਰੀ ਹੈ ਤਾਂ A ਦੇ ਸਾਰੇ ਐਲੀਮੈਂਟਸ ਦਾ ਐਸੋਸੀਏਟ ਹੋਣਾ ਜ਼ਰੂਰੀ ਹੈ। ਦੂਸਰੀ ਗੱਲ, ਐਨ ਐਲੀਮੈਂਟ ਆਫ A ਇਜ਼ ਐਸੋਸੀਏਟਡ ਟੂ ਅ ਯੂਨੀਕ ਐਲੀਮੈਂਟ ਇਨ B। A ਦਾ ਜਿਹੜਾ ਇੱਕ ਐਲੀਮੈਂਟ ਹੈ, ਹਰੇਕ ਐਲੀਮੈਂਟ ਹੈ, ਉਹ B ਦੇ ਇੱਕ ਯੂਨੀਕ ਐਲੀਮੈਂਟ ਨਾਲ, यानी एक ही एलीमेंट ਨਾਲ ਐਸੋਸੀਏਟ ਹੋਣਾ ਚਾਹੀਦਾ। ਜਿਵੇਂ A ਨੂੰ ਅਸੀਂ 2 ਨਾਲ ਐਸੋਸੀਏਟ ਕੀਤਾ, B ਨੂੰ 1 ਨਾਲ ਐਸੋਸੀਏਟ ਕੀਤਾ, C ਨੂੰ 4 ਨਾਲ ਐਸੋਸੀਏਟ ਕੀਤਾ, D ਨੂੰ ਵੀ 4 ਨਾਲ ਐਸੋਸੀਏਟ ਕੀਤਾ। ਇੱਕ ਐਲੀਮੈਂਟ 2 ਨਾਲ ਐਸੋਸੀਏਟ ਨਹੀਂ ਹੋ ਰਿਹਾ। ਦੇਖੋ, C 4 ਨਾਲ ਐਸੋਸੀਏਟ ਹੋ ਰਿਹਾ, C ਕਿਸੇ ਹੋਰ ਐਲੀਮੈਂਟ ਨਾਲ ਐਸੋਸੀਏਟ ਨਹੀਂ ਹੋ ਰਿਹਾ। ਇਸੇ ਤਰ੍ਹਾਂ D ਹੈ ਜਿਹੜਾ 4 ਨਾਲ ਐਸੋਸੀਏਟ ਹੋ ਰਿਹਾ, ਕਿਸੇ ਹੋਰ ਐਲੀਮੈਂਟ ਨਾਲ ਐਸੋਸੀਏਟ ਨਹੀਂ ਹੋ ਰਿਹਾ। ਇੱਕੋ ਹੀ ਐਲੀਮੈਂਟ ਨਾਲ 2 ਹੋ ਸਕਦੇ, ਠੀਕ ਹੈ ਕਿ C ਵੀ 4 ਨਾਲ ਐਸੋਸੀਏਟ ਹੋ ਜਾਏ, डी भी 4 ਨਾਲ ਐਸੋਸੀਏਟ ਹੋ ਸਕਦਾ। ਇਹ ਚੀਜ਼ ਪੋਸੀਬਲ ਹੈਗੀ ਹੈ, ਪਰ ਇੱਕ ਐਲੀਮੈਂਟ 2 ਨਾਲ ਐਸੋਸੀਏਟ ਨਹੀਂ ਹੋ ਸਕਦਾ, 2 ਇੱਕ ਨਾਲ ਹੋ ਸਕਦਾ, ਠੀਕ ਹੈ। ਇਨ ਅਦਰ ਵਰਡਸ, ਅ ਫੰਕਸ਼ਨ f is set f a function f from set A to a set B associate each element of A to a unique element of B। यानी ਸਿੱਧੀ ਜੀ ਗੱਲ ਇਹ ਹੈ ਵੀ ਇਹ ਜਿਹੜਾ ਫੰਕਸ਼ਨ ਹੈ ਇਹ ਕੀ ਕਰਦਾ ਹੈ? ਇਹ A ਦੇ ਹਰੇਕ ਐਲੀਮੈਂਟ ਨੂੰ, ਸਾਰੇ ਐਲੀਮੈਂਟਸ ਨੂੰ B ਦੇ ਇੱਕ ਯੂਨੀਕ ਐਲੀਮੈਂਟ ਨਾਲ ਐਸੋਸੀਏਟ ਕਰਦਾ ਹੈ, ਠੀਕ ਹੈ। ਤਾਂ ਇਹਦੀ ਡੈਫੀਨੇਸ਼ਨ ਹੈ। 2 ਗੱਲਾਂ ਦਾ ਖਾਸ ਧਿਆਨ ਰੱਖਣਾ, ਇਹਦੇ ਵਿੱਚ ਕੀ ਚੀਜ਼ਾਂ ਹੋਣੀਆਂ, 2 ਜ਼ਰੂਰੀ ਨੇ। A ਦੇ ਸਾਰੇ ਐਲੀਮੈਂਟਸ ਦਾ ਐਸੋਸੀਏਟ ਹੋਣਾ ਜ਼ਰੂਰੀ ਹੈ। ਦੂਸਰੀ ਗੱਲ, A ਦੇ ਐਲੀਮੈਂਟ ਜਿਹੜੇ ਐਲੀਮੈਂਟ ਆ ਉਹ B ਦੇ ਕਿਸੇ ਯੂਨੀਕ ਐਲੀਮੈਂਟ ਨਾਲ ਐਸੋਸੀਏਟ ਹੋਵੇ, ਇੱਕੋ ਹੀ ਐਲੀਮੈਂਟ ਨਾਲ ਐਸੋਸੀਏਟ ਹੋਵੇ। ਇਹਨੂੰ ਅਸੀਂ ਰਿਲੇਸ਼ਨ ਦੀ ਫਾਰਮ 'ਚ ਜਾਂ ਆਰਡਰਡ ਪੇਅਰਸ ਦੀ ਫਾਰਮ ਦੇ ਵਿੱਚ ਵੀ ਸਮਝ ਸਕਦੇ ਹਾਂ। ਫੰਕਸ਼ਨ ਐਜ਼ ਸੈਟ ਆਫ ਆਰਡਰਡ ਪੇਅਰਸ, ਇਸ ਤਰੀਕੇ ਨਾਲ ਸਮਝ ਲਿਆ। ਹੁਣ ਅਸੀਂ ਇਹਨੂੰ ਆਰਡਰਡ ਪੇਅਰਸ ਦੀ ਫਾਰਮ ਦੇ ਵਿੱਚ ਵੀ ਸਮਝਦੇ ਹਾਂ। ਦੇਖੋ ਕਿਵੇਂ, ਲੈਟ A ਐਂਡ B ਬੀ 2 ਨॉन ਐम्प्टी ਸੈਟਸ। A relation f from A to B is called function or a mapping or a map from A to B if each element of A belongs to A. If for each element A belongs to A, there exists a unique element B belongs to B such that AB belongs to F। यानी कि A ਦੇ ਹਰੇਕ ਐਲੀਮੈਂਟ ਵਾਸਤੇ B ਦੇ ਵਿੱਚ ਇੱਕ ਇਹੋ ਜਿਹਾ ਐਲੀਮੈਂਟ ਐਗਜ਼ਿਸਟ ਕਰਦਾ ਹੈ ਕਿ AB ਬਿਲੋਂਗਸ ਟੂ F ਹੈਗਾ। ਯਾਨੀ ਅਸੀਂ F ਨੂੰ ਫੰਕਸ਼ਨ ਰਿਲੇਸ਼ਨ ਦੀ ਫਾਰਮ 'ਚ ਜੇ ਅਸੀਂ ਲਿਖਣ ਲੱਗੀਏ ਤਾਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ, F ਇਕੁਅਲਸ ਟੂ AB, ਠੀਕ ਹੈ ਨਾ। AB ਦੇ ਵਿੱਚ ਕੀ ਖਾਸ ਗੱਲ ਲਿਖਣੀ ਹੈ? ਫॉर ऑल A ਬਿਲੋਂਗਸ ਟੂ A देयर एग्जिस्ट B ਬਿਲੋਂਗਸ ਟੂ B। ਆਹ ਹੋਣਾ ਚਾਹੀਦਾ ਹਰੇਕ A ਲਈ, A ਦੇ ਹਰੇਕ ਐਲੀਮੈਂਟ ਲਈ ਉੱਥੇ ਇੱਕ B ਦਾ ਇਹੋ ਜਿਹਾ ਐਲੀਮੈਂਟ ਹੋਣਾ ਚਾਹੀਦਾ ਕਿ ਅਸੀਂ ਆਹ ਚੀਜ਼ ਬਣਾ ਸਕਦੇ ਹੋਈਏ, ਆਹ ਚੀਜ਼ ਇਹਨੂੰ ਬਿਲੋਂਗ ਕਰਦੀ ਹੋਵੇ, ਠੀਕ ਹੈ ਕਿ। ਤਾਂ ਆਹ ਚੀਜ਼ ਅਸੀਂ ਇਹਦੇ ਵਿੱਚ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਤਾਂ ਇਹਨੂੰ ਅੱਗੇ ਪੜ੍ਹੀਏ। ਦਸ ਅ ਨॉन ਐम्प्टी सबसेट ऑफ A क्रॉस B is a function if each element of A appears as first element in ordered pair of F and no
2 ordered pairs of f have same first element। ਹੁਣ ਤੁਸੀਂ ਉੱਪਰਲੇ ਨੂੰ ਆਪਾਂ ਜੇ ਲਿਖਣ ਦੀ ਕੋਸ਼ਿਸ਼ ਕਰੀਏ ਆਰਡਰਡ ਪੇਅਰ ਦੀ ਫਾਰਮ ਦੇ ਵਿੱਚ, ਉੱਪਰ ਜਿਹੜਾ ਅਸੀਂ ਬਣਾਇਆ ਹੋਇਆ f ਉਹ 'ਚ ਕੀ ਹੈ ਦੇਖੋ, a ਦਾ ਰਿਲੇਸ਼ਨ 2 ਨਾਲ, ਠੀਕ ਹੈ, b ਦਾ ਰਿਲੇਸ਼ਨ 1 ਨਾਲ, c ਦਾ ਰਿਲੇਸ਼ਨ 4 ਨਾਲ ਤੇ d ਦਾ ਰਿਲੇਸ਼ਨ ਵੀ 4 ਨਾਲ। ਤਾਂ ਦੇਖੋ a ਦੇ ਇਹ ਦੋ ਗੱਲਾਂ ਕਹੀਆਂ, a ਦੇ ਸਾਰੇ ਐਲੀਮੈਂਟਸ ਫਸਟ ਪਲੇਸ ਤੇ ਆਉਣੇ ਚਾਹੀਦੇ, ਤਾਂ a b c d a ਦੇ ਸਾਰੇ ਐਲੀਮੈਂਟਸ ਆ ਗਏ। ਤੇ ਦੂਸਰੀ ਗੱਲ, ਕੋਈ ਵੀ ਐਲੀਮੈਂਟ ਰਿਪੀਟ ਨਹੀਂ ਹੋਣਾ ਚਾਹੀਦਾ ਫਸਟ ਐਲੀਮੈਂਟ, ਜਿਵੇਂ a ਆ ਗਿਆ a ਦੁਬਾਰਾ ਨਹੀਂ ਹੋਣਾ ਚਾਹੀਦਾ। a ਦੁਬਾਰਾ ਕਦੋਂ ਆਊਗਾ, ਜਦੋਂ a ਦੀ ਇਹ ਤੋਂ ਬਿਨਾ 2 ਤੋਂ ਬਿਨਾ ਕੋਈ ਹੋਰ ਨਾਲ ਵੀ ਐਸੋਸੀਏਸ਼ਨ ਹੋਏਗੀ। ਮੰਨ ਲਓ a ਦੀ 2 ਨਾਲ ਰਿਲੇਸ਼ਨ ਹੈ, a ਦੀ 3 ਨਾਲ ਵੀ ਐਸੋਸੀਏਸ਼ਨ ਹੋਵੇ, ਤਾਂ ਅਸੀਂ ਇੱਥੇ a3 ਵੀ ਲਿਖਾਂਗੇ ਫਿਰ। ਪਰ ਕਿਉਂਕਿ ਇਹ ਇੱਕ ਐਲੀਮੈਂਟ ਦੀ ਇੱਕ ਐਲੀਮੈਂਟ ਨੂੰ 2 ਨਾਲ ਐਸੋਸੀਏਟ ਨਹੀਂ ਕਰ ਸਕਦੇ, ਇਸ ਕਰਕੇ ਫੰਕਸ਼ਨ ਤਾਂ ਹੀ ਬਣੇਗਾ ਜੇ ਇਹ ਜਿਹੜਾ ਐਲੀਮੈਂਟ ਹੈ ਦੁਬਾਰਾ ਰਿਪੀਟ ਨਾ ਹੋਵੇ, ਠੀਕ ਹੈ ਕਿ। ਤਾਂ ਹੁਣ ਅੱਗੇ ਪੜ੍ਹੀਏ, ਇਫ a b ਬਿਲੋਂਗਸ ਟੂ f then b is called image of a under f। a ਜੇ a b ਬਿਲੋਂਗਸ ਟੂ, ਜਿਵੇਂ ਆਹ ਕੋਈ ਚੀਜ਼ ਹੈ a and 2, a belongs to f, ਇਹਦਾ ਮਤਲਬ 2 ਕੀ ਹੈ, a ਦੀ ਇਮੇਜ ਹੈ, ਆ 2 ਕੀ ਹੈ, a ਦੀ ਇਮੇਜ ਹੈ, 1 b ਦੀ ਇਮੇਜ ਹੈ, 4 c ਦੀ ਇਮੇਜ ਹੈ, 4 d ਦੀ ਇਮੇਜ ਹੈ। ਤਾਂ ਇਹ ਕੀ ਨੇ, ਇਮੇਜਸ ਨੇ ਸਾਰੀਆਂ। ਇੱਧਰਲੇ ਪਾਸੇ ਜਿਹੜੀਆਂ ਲਿਖੀਆਂ ਹੋਈਆਂ ਸਾਰੀਆਂ ਕੀ ਨੇ, ਜਿਹੜੀਆਂ ਐਸੋਸੀਏਟ ਹੋ ਗਈਆਂ ਉਹ ਸਾਰੀਆਂ ਕੀ ਨੇ, ਇਮੇਜਸ ਨੇ, ਠੀਕ ਹੈ ਕਿ। ਐਂਡ a is called ਪ੍ਰੀ ਇਮੇਜ ਆਫ b, ਆ ਜਿਹੜੇ ਇੱਧਰਲੇ ਪਾਸੇ ਲਿਖੇ ਹੋਏ ਜਿਨ੍ਹਾਂ 'ਚੋਂ ਅਸੀਂ a ਲੈਂਦੇ ਹਾਂ, ਤਾਂ ਆਹ ਵਾਲੇ ਜਿਹੜੇ ਐਲੀਮੈਂਟਸ ਨੇ ਇਹ ਸਾਰੇ ਕੀ ਨੇ, ਇਹ ਇਹਨਾਂ ਦੀਆਂ ਪ੍ਰੀ ਇਮੇਜਸ ਨੇ। ਜਿਵੇਂ 1 ਦੀ ਪ੍ਰੀ ਇਮੇਜ b, 2 ਦੀ ਪ੍ਰੀ ਇਮੇਜ 1 ਦੀ ਪ੍ਰੀ ਇਮੇਜ b ਤੇ 2 ਦੀ ਪ੍ਰੀ ਇਮੇਜ a, ਠੀਕ ਹੈ ਕਿ। ਹੁਣ ਕੁਝ ਹੋਰ ਗੱਲਾਂ ਅੱਗੇ ਇੰਪੋਰਟੈਂਟ ਟਰਮਸ such as map or mapping or correspondence are used as synonyms of functions। ਇਹਨਾਂ ਨੂੰ ਅਸੀਂ functions ਦੇ synonyms ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ, ਯਾਨੀ ਫੰਕਸ਼ਨ ਨੂੰ ਹੀ ਇਹਨਾਂ ਨੂੰ ਅਸੀਂ ਫੰਕਸ਼ਨਸ ਦੀ ਥਾਂ 'ਤੇ ਮੈਪ ਜਾਂ ਮੈਪਿੰਗ ਜਾਂ ਕੋਰਸਪੋਂਡੈਂਸ ਵੀ ਲਿਖ ਸਕਦੇ ਹਾਂ, ਠੀਕ ਹੈ ਕਿ। ਇਫ f is a function from set a to set b then we write f ਇਸ ਤਰੀਕੇ ਨਾਲ ਲਿਖਿਆ ਜਾਂਦਾ, f colon a arrow b। that means ਇਹਨੂੰ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, f is a function from a to b, ਠੀਕ ਹੈ ਕਿ। ਔਰ f maps from a to b, f maps from a to b, ਇਸ ਤਰੀਕੇ ਨਾਲ ਵੀ ਪੜ੍ਹਦੇ ਹਾਂ। ਅੱਛਾ, ਅੱਗੇ ਥਰਡ, if an element a belongs to a is associated to an element b belongs to b then b is called image of a under f, or value of function f at a, also a is called pre-image of b under the function f। we write b equals to f ਜਾਂ f a equals to b, f a equals to, ਠੀਕ ਹੈ ਨਾ। ਤਾਂ ਇੱਕ ਚੀਜ਼ ਆਪਾਂ ਪਹਿਲਾਂ ਵੀ ਡਿਸਕਸ ਕੀਤੀ ਹੈ ਵੀ b ਕੀ ਹੈ, a ਦੀ ਇਮੇਜ ਹੈ, ਤੇ a ਕੀ ਹੈ, b ਦੀ ਪ੍ਰੀ ਇਮੇਜ ਹੈ। ਇਹਨੂੰ ਅਸੀਂ ਵੈਲਿਊ ਵੀ ਕਹਿ ਦਿੰਦੇ ਹਾਂ, ਵੀ ਜਿਵੇਂ ਅਸੀਂ ਪਿੱਛੇ ਇੱਕ ਐਕਸਰਸਾਈਜ਼ ਕੀਤੀ ਸੀਗੀ, ਉਹਦੇ 'ਚ ਅਸੀਂ fx ਇਕੁਅਲ ਟੂ ਕੁਛ ਦਿੱਤਾ ਹੋਇਆ ਸਾਡੇ ਕੋਲ, ਸੇ x³ + 2x² + 3 ਇੱਦਾਂ ਹੈ ਨਾ। ਤਾਂ ਅਸੀਂ ਜਦੋਂ ਫਾਈਂਡ ਕਰਦੇ ਸੀ f1, ਤਾਂ ਅਸੀਂ ਕੀ ਕਹਾਂਗੇ ਇਹਨੂੰ, ਇਹ 1 ਦਾ ਇਸ ਤਰ੍ਹਾਂ ਵੈਲਿਊ x ਦੀ ਥਾਂ 'ਤੇ 1 ਪੁੱਟ ਕਰ ਦਿਆਂਗੇ, 1³ 2 × 1 ਦਾ ਸਕੁਆਇਰ + 3। ਇਹ ਆ ਚੀਜ਼ ਕੀ ਸੀਗੀ, ਵੈਲਿਊ ਆਫ f at x equals to 1। ਅਸੀਂ ਕਹਿ ਦਿੰਦੇ x ਦੀ ਥਾਂ 'ਤੇ 1 ਪੁੱਟ ਕਰਿਆ, ਤੇ ਅਸੀਂ ਕਹਿ ਦਿੰਦੇ ਸੀ ਵੈਲਿਊ ਆਫ x at x equals to 1। ਇਸੇ ਤਰੀਕੇ ਨਾਲ ਜਦੋਂ ਅਸੀਂ f a ਫਾਈਂਡ ਕਰਾਂਗੇ, ਉਹਦਾ ਮਤਲਬ ਕੀ ਹੋਏਗਾ, ਵੈਲਿਊ ਆਫ f at x equals to a ਜਾਂ at a ਸਿੱਧਾ ਵੀ ਕਹਿ ਸਕਦੇ, ਠੀਕ ਹੈ ਜੀ। ਤਾਂ ਇਹਨੂੰ ਵੈਲਿਊ ਵੀ ਕਹਿੰਦੇ ਆ, ਇਹਨੂੰ ਇਸ ਤਰੀਕੇ ਨਾਲ ਇਮੇਜ ਵੀ ਕਹਿੰਦੇ ਆ। ਅੱਗੇ ਸੈਟ a is called domain। ਹੁਣ ਆ ਜਿਹੜਾ ਉੱਪਰ ਸੈੱਟ ਆ ਸਾਡਾ a, ਇਹਨੂੰ ਅਸੀਂ ਡੋਮੇਨ ਕਹਿੰਦੇ, ਤੇ ਆ ਜਿਹੜਾ b ਸੈੱਟ ਹੈ ਇਹਨੂੰ ਅਸੀਂ ਕੋ ਡੋਮੇਨ ਕਹਿੰਦੇ। ਇਹ ਤੋਂ ਬਿਨਾਂ ਇੱਕ ਹੋਰ ਸੈੱਟ ਬਣਦਾ, ਇਮੇਜਸ ਦਾ ਸੈੱਟ। ਜਿਵੇਂ ਇਹਦੇ ਵਿੱਚ 1 ਦੀ ਇਮੇਜ ਕੀ ਹੈ, ਇਮੇਜਸ ਦਾ ਸੈੱਟ ਜੇ ਅਸੀਂ ਬਣਾਈਏ ਤਾਂ ਉਹ ਹੁੰਦਾ, ਜਿਵੇਂ ਇਹ 'ਚ 1 ਦੀ ਇਮੇਜ ਹੈਗੀ ਹੈ 2, ਤੇ 2 ਦੀ ਇਮੇਜ ਹੈ b ਦੀ ਹੈਗੀ ਹੈ 1,
ਤੇ 4 ਆ ਤਿੰਨ ਐਲੀਮੈਂਟਸ ਕਿਸੇ ਨਾ ਕਿਸੇ ਦੀ ਇਮੇਜ ਹੈ। 1 ਹੈ ਜਿਹੜਾ B ਦੀ ਇਮੇਜ ਹੈ, 2 ਹੈ ਜਿਹੜਾ A ਦੀ ਇਮੇਜ ਹੈ, 4 ਹੈ ਜਿਹੜਾ C ਤੇ D ਦੀ ਇਮੇਜ ਹੈ। ਆ ਦੋਨੇ ਕਿਸੇ ਦੀ ਇਮੇਜ ਨਹੀਂ ਹੈ। ਤਾਂ ਆ ਜਿਹੜੇ ਤਿੰਨ ਨੰਬਰ ਦਾ ਜਿਹੜਾ ਸੈਟ ਇਮੇਜਸ ਦਾ ਜਿਹੜਾ ਸੈਟ ਹੈ ਇਹਨੂੰ ਅਸੀਂ ਕਹਿੰਦੇ ਰੇਂਜ ਆਫ F ਦੀ ਰੇਂਜ ਸੈਟ ਆਫ ਇਮੇਜਸ, ਠੀਕ ਹੈ ਕਿ ਨਹੀਂ। ਤਾਂ ਇਹਨੂੰ ਅਸੀਂ ਡੋਮੇਨ ਕਹਿੰਦੇ, ਇਹਨੂੰ ਕੋ ਡੋਮੇਨ ਕਹਿੰਦੇ, ਤੇ ਆ ਜਿਹੜਾ ਸੈਟ ਹੈ ਇਹਨੂੰ ਅਸੀਂ ਕਹਿੰਦੇ ਹਾਂ ਇਮੇਜ ਸੈਟ ਔਰ ਰੇਂਜ ਆਫ F, ਠੀਕ ਹੈ ਨਾ। ਅੱਗੇ if A and B are two sets having m and n elements, then total possible number of functions from A to B are n to the power n की है number of elements in codomain and m की है number of elements in domain। आ domain ਤੇ codomain ਹੁਣੇ ਪੜ੍ਹੇ ਸੀ। A ਤੇ B ਕੀ ਨੇ, domain ਹੈ ਤੇ codomain। ਤਾਂ ਜਿੱਥੋਂ ਜਿੱਧਰ ਨੂੰ ਫੰਕਸ਼ਨ ਹੈ A to B ਹੈ ਨਾ ਫੰਕਸ਼ਨ, ਤਾਂ A ਦੇ ਵਿੱਚ ਜੇ m ਹੈ ਤੇ B ਦੇ ਵਿੱਚ n ਐਲੀਮੈਂਟ ਹੈ, ਤਾਂ ਇਹਦੇ ਵਿੱਚ ਟੋਟਲ n to the power m ਪੋਸੀਬਲ ਫੰਕਸ਼ਨਸ ਬਣ ਸਕਦੇ ਹੈਗੇ, ਠੀਕ ਹੈ। ਤਾਂ 1 ਮਾਰਕ ਵਾਲੇ ਕੁਐਸਚਨ ਵਾਸਤੇ ਇੰਪੋਰਟੈਂਟ ਕੁਐਸਚਨ ਹੈ। ਅੱਗੇ ਆ ਗਿਆ ਰੀਅਲ ਵੈਲਿਊਡ ਫੰਕਸ਼ਨ ਐਂਡ ਰੀਅਲ ਫੰਕਸ਼ਨ। A function f from A to B is the real valued function if B is a subset of R। B है ਜਿਹੜਾ ਕੋਡੋਮੇਨ A ਰੀਅਲ ਨੰਬਰ ਦਾ ਸਬਸੈਟ ਹੋਵੇ, ਯਾਨੀ ਰੀਅਲ ਨੰਬਰ ਦਾ ਸੈੱਟ ਹੋਵੇ ਕਹਿ ਸਕਦੇ ਆਪਾਂ, ਜਾਂ ਰੀਅਲ ਨੰਬਰ ਦਾ ਜਿਹੜਾ ਸੈੱਟ R ਹੈ ਉਹਦਾ ਸਬਸੈਟ ਹੋਵੇ, ਠੀਕ ਹੈ। ਤਾਂ ਅਸੀਂ ਇਹਨੂੰ ਕਹਾਂਗੇ ਇਹ ਜਿਹੜਾ ਹੈਗਾ ਰੀਅਲ ਵੈਲਿਊਡ ਫੰਕਸ਼ਨ ਹੈ। ਕਿਵੇਂ ਹੋਇਆ ਇਹ ਵੈਲਿਊਜ਼ ਕਿੱਥੋਂ ਨਿਕਲਦੀਆਂ ਆਪਾਂ ਹੁਣੇ ਡਿਸਕਸ ਕੀਤੀਆਂ। ਵੈਲਿਊਜ਼ ਹਮੇਸ਼ਾ ਇਹਦੇ ਚੋਂ ਨਿਕਲਦੀਆਂ। ਆਹ ਵੈਲਿਊਜ਼ ਨੇ, ਜਿਵੇਂ FA ਦੀ ਵੈਲਿਊ 2 ਹੈ, FB ਦੀ ਵੈਲਿਊ D ਦੀ ਵੈਲਿਊ F ਦੇ ਵਿੱਚ 1 ਹੈ, ਠੀਕ ਹੈ। ਤਾਂ ਆ ਕੀ ਨੇ ਵੈਲਿਊਜ਼ ਨੇ। ਤੇ ਜੇ ਇਹ ਰੀਅਲ ਨੰਬਰ ਚ ਆਉਣਗੇ, ਆਨਸਰ ਰੀਅਲ ਨੰਬਰ ਚ ਆਉਣ, ਆਨਸਰ ਕਹਿ ਲਓ, ਵੈਲਿਊ ਕਹਿ ਲਓ, ਸਾਡੇ ਰੇਂਜ ਕਹਿ ਲਓ, ਤਾਂ ਇਹ ਕੀ ਨੇ, ਇਹ ਜੇ ਰੀਅਲ ਨੰਬਰ ਹੋਣਗੇ ਤਾਂ ਜਿਹੜਾ ਫੰਕਸ਼ਨ ਹੈ ਉਹ ਅਸੀਂ ਕਹਾਂਗੇ ਰੀਅਲ ਵੈਲਿਊਡ ਫੰਕਸ਼ਨ। ਕੋਡੋਮੇਨ ਹੈ ਜੇ ਰੀਅਲ ਵੈਲਿਊਜ਼ ਦਾ ਰੀਅਲ ਨੰਬਰ ਦਾ ਸਬਸੈਟ ਹੋਵੇ, ਰੀਅਲ ਨੰਬਰ ਦੇ ਸੈੱਟ ਦਾ ਸਬਸੈਟ ਹੋਵੇ, ਤਾਂ ਅਸੀਂ ਉਹਨੂੰ ਰੀਅਲ ਵੈਲਿਊਡ ਫੰਕਸ਼ਨ ਕਹਿੰਦੇ। ਤੇ ਜੇ A ਤੇ B ਦੋਨੇ ਸਬਸੈਟ ਆਫ ਰੀਅਲ ਨੰਬਰਸ ਹੋਣ ਤਾਂ ਅਸੀਂ ਰੀਅਲ ਫੰਕਸ਼ਨ ਕਹਿੰਦੇ। A ਤੇ B ਜੇ ਦੋਨੋਂ ਹੀ R ਦੇ ਸਬਸੈਟ ਰੀਅਲ ਨੰਬਰ ਦੇ ਸੈੱਟ ਦੇ ਸਬਸੈਟ ਹੋਣਗੇ ਤਾਂ ਅਸੀਂ ਇਹਨੂੰ ਰੀਅਲ ਫੰਕਸ਼ਨ ਕਹਿ ਸਕਦੇ, ਠੀਕ ਹੈ। ਅੱਗੇ usually real valued function are denoted by mathematical formula, ਜਿਵੇਂ y equals to 2x cube plus 5, y equals to sin x, etc. It is traditional to let x denotes the input and y the corresponding output, ठीक है। ਇਹ ਕੀ ਹੈ ਸਾਡਾ ਜਿਹੜਾ ਹੈਗਾ y equals ਆ ਸਾਨੂੰ ਰੀਅਲ ਵੈਲਿਊਡ ਫੰਕਸ਼ਨ ਅਸੀਂ ਇਹਨੂੰ ਕਹਾਂਗੇ। ਅਸੀਂ ਇਹਨੂੰ fx equals to ਲਿਖਿਆ ਹੋਇਆ 2x cube plus 5 ਐਂ ਵੀ ਲਿਖ ਸਕਦੇ ਹਾਂ ਇਹਨੂੰ। ਅਸੀਂ ਇਹਨੂੰ ਇਸ ਤਰੀਕੇ ਨਾਲ ਵੀ ਲਿਖਦੇ ਹਾਂ, ਦੋਨੇ ਤਰੀਕੇ ਨਾਲ ਲਿਖਦੇ ਹਾਂ। ਤਾਂ fx ਤੇ y ਇੱਕੋ ਹੀ ਚੀਜ਼, ਯਾਨੀ ਆ ਸਾਡੀ ਇਮੇਜ ਹੈ, ਆ ਵੀ y ਕੀ ਹੈ, ਇਮੇਜਸ। ਤਾਂ ਜਿਹੜਾ ਇੱਧਰ ਸਾਡਾ ਕੋਡੋਮੇਨ ਹੈ y ਦੀ ਵੈਲਿਊ ਹਮੇਸ਼ਾ ਕੋਡੋਮੇਨ ਚੋਂ ਲਈ ਜਾਏਗੀ, x ਦੀ ਵੈਲਿਊ ਜਿਹੜੀ ਹਮੇਸ਼ਾ ਡੋਮੇਨ ਦੇ ਵਿੱਚੋਂ ਲਈ ਜਾਏਗੀ। ਤਾਂ ਇਹਨਾਂ ਨੂੰ ਇਸ ਤਰੀਕੇ ਨਾਲ ਲਿਖਦੇ ਹਾਂ। ਇਹਦੇ 'ਚ ਹੁਣ x ਤੇ y ਕੀ ਨੇ, ਇਹ ਦੋਨੇ ਵੇਰੀਏਬਲ ਨੇ, ਦੋਨੇ ਕੀ ਨੇ, ਵੇਰੀਏਬਲ। ਹੁਣ ਕਿਉਂਕਿ x ਦੀ ਵੈਲਿਊ ਅਸੀਂ ਅਸਲ 'ਚ ਆਮ ਤੌਰ 'ਤੇ ਸਾਡੇ ਕੋਲ ਕੀ ਹੈ ਵੀ ਅਸੀਂ x ਦੀ ਵੈਲਿਊ ਪੁੱਟ ਕਰਦੇ ਹਾਂ ਅਤੇ y ਦੀ ਵੈਲਿਊ ਫਾਈਂਡ ਕਰਦੇ ਹਾਂ। ਤਾਂ ਯਾਨੀ y ਦੀ ਜਿਹੜੀ ਵੈਲਿਊ ਹੈ x ਦੀ ਵੈਲਿਊ 'ਤੇ ਡਿਪੈਂਡ ਕਰਦੀ ਹੈ। ਇਸ ਕਰਕੇ y ਨੂੰ ਅਸੀਂ ਡਿਪੈਂਡੈਂਟ ਵੇਰੀਏਬਲ ਕਹਿੰਦੇ ਹਾਂ, ਕਹਿੰਦੇ ਹਾਂ ਡਿਪੈਂਡੈਂਟ ਵੇਰੀਏਬਲ, ਅਤੇ x ਨੂੰ ਅਸੀਂ ਇੰਡੀਪੈਂਡੈਂਟ ਵੇਰੀਏਬਲ, ਠੀਕ ਹੋ ਗਿਆ। ਅੱਗੇ ਆ ਗਿਆ ਗ੍ਰਾਫ ਆਫ ਫੰਕਸ਼ਨ ਦਾ ਗ੍ਰਾਫ। The graph of a real function f consists of point whose coordinates x, y satisfy y equal to fx। ਗ੍ਰਾਫ ਕਿੱਦਾਂ ਬਣਦਾ ਹੈ, ਅਸੀਂ 10th ਦੇ ਵਿੱਚ ਲੀਨੀਅਰ ਇਕੁਏਸ਼ਨ ਦੇ ਗ੍ਰਾਫ ਬਣਾਏ ਸੀ। ਕੀ ਕੀਤਾ ਸੀਗਾ, ਸਾਨੂੰ ਇੱਦਾਂ ਕੁਛ ਦਿੱਤਾ ਹੁੰਦਾ ਸੀ y equals to 2x plus 3 ਇੱਦਾਂ ਕੁਛ, ਹੈ ਨਾ। ਅਸੀਂ x ਦੀਆਂ ਵੈਲਿਊਜ਼ ਪੁੱਟ ਕਰਦੇ ਸੀ, y ਦੀਆਂ ਵੈਲਿਊਜ਼ ਫਾਈਂਡ ਕਰਦੇ ਸੀ, ਫਿਰ ਅਸੀਂ ਟੇਬਲ ਬਣਾਉਂਦੇ ਸੀਗੇ ਇਸ ਤਰੀਕੇ ਨਾਲ x y ਦੇ ਵਿੱਚ, ਹੈ ਨਾ। ਉਹ x y ਇਹ ਕੀ ਆ ਜਾਂਦੇ ਸੀਗੇ, ਕੋਆਰਡੀਨੇਟਸ ਆ ਜਾਂਦੇ ਸੀਗੇ ਪੁਆਇੰਟ ਦੇ। ਇਹ ਪੁਆਇੰਟਸ ਫਿਰ ਅਸੀਂ ਗ੍ਰਾਫ ਦੇ ਵਿੱਚ
ਮਤਲਬ ਮਾਰਕ ਕਰ ਲੈਂਦੇ ਸੀ, ਫਿਰ ਉਹਨੂੰ ਅਸੀਂ ਜੁਆਇਨ ਕਰਕੇ ਲਾਈਨ ਦਾ ਗ੍ਰਾਫ ਬਣਾਉਂਦੇ ਸੀ। ਠੀਕ ਹੈ ਜੀ। ਉਸੇ ਤਰੀਕੇ ਨਾਲ ਜੇ ਕੋਈ ਸਾਡੇ ਕੋਲੇ ਹੋਰ ਫੰਕਸ਼ਨ ਆ ਤਾਂ ਲਾਈਨ ਦਾ ਸਾਡੇ ਕੋਲ ਲੀਨੀਅਰ ਫੰਕਸ਼ਨ ਸੀਗਾ, ਜੇ ਹੋਰ ਕੋਈ ਫੰਕਸ਼ਨ ਹੋਵੇ, ਕੋਈ ਵੀ ਫੰਕਸ਼ਨ ਹੋਵੇ, ਐਕਸ ਦੀਆਂ ਅਸੀਂ ਵੈਲਿਊਜ਼ ਪੁੱਟ ਕਰਾਂਗੇ, ਵਾਈ ਦੀਆਂ ਵੈਲਿਊਜ਼ ਫਾਈਂਡ ਕਰ ਲਾਂਗੇ, ਉਹਦੇ ਨਾਲ ਇਸ ਤਰੀਕੇ ਨਾਲ ਸਾਡੇ ਕੋਲ ਪੁਆਇੰਟਸ ਆ ਜਾਣ। ਉਹਨਾਂ ਪੁਆਇੰਟਸ ਨਾਲ ਅਸੀਂ ਇੱਥੇ ਗ੍ਰਾਫ ਦੇ ਉੱਤੇ ਉਹ ਪੁਆਇੰਟਸ ਮਾਰਕ ਕਰਕੇ ਗ੍ਰਾਫ ਬਣਾ ਸਕਦੇ। ਠੀਕ ਹੈ ਨਾ, ਗ੍ਰਾਫ ਪੇਪਰ 'ਤੇ ਪੁਆਇੰਟਸ ਮਾਰਕ ਕਰਕੇ ਇਸ ਤਰੀਕੇ ਨਾਲ ਗ੍ਰਾਫ ਬਣਾਇਆ ਜਾ ਸਕਦਾ। ਹੁਣ ਜੇ ਸਾਨੂੰ ਗ੍ਰਾਫ ਪਤਾ ਦਿੱਤਾ ਹੋਵੇ ਤਾਂ ਸਾਨੂੰ ਪੁੱਛਿਆ ਜਾਵੇ ਦੱਸੋ ਕਿ ਇਹ ਫੰਕਸ਼ਨ ਦਾ ਗ੍ਰਾਫ ਹੈਗਾ ਕਿ ਨਹੀਂ ਹੈਗਾ, ਤਾਂ ਫੰਕਸ਼ਨ ਦੀ ਕੀ ਨਿਸ਼ਾਨੀ ਸੀਗੀ, x ਦੀ ਇੱਕ ਵੈਲਿਊ ਲਈ y ਦੀ ਇੱਕ ਹੀ ਵੈਲਿਊ ਨਿਕਲਣੀ ਚਾਹੀਦੀ ਹੈ। ਕੀ ਸੀਗਾ, x ਦੀ ਇੱਕ ਵੈਲਿਊ, x ਦੀ ਇੱਕ ਵੈਲਿਊ ਕੀ ਸੀ, ਇੱਧਰਲੇ ਪਾਸੇ ਦੁਬਾਰਾ ਦੇਖ ਲਓ, ਆ x ਦੀਆਂ ਵੈਲਿਊਜ਼ ਜਿਹੜੀਆਂ ਅਸੀਂ ਪੁੱਟ ਕਰਨੀਆਂ ਇਹਦੇ ਵਿੱਚ, ਹੈ ਨਾ, ਅਤੇ ਆਹ ਸਾਡੀਆਂ y ਦੀਆਂ ਵੈਲਿਊਜ਼ ਨੇ ਜਿਹੜੀਆਂ ਸਾਨੂੰ ਪ੍ਰਾਪਤ ਹੋਣਗੀਆਂ। x ਦੀ ਇੱਕ ਵੈਲਿਊ ਪੁੱਟ ਕਰੀਏ, y ਦੀ ਇੱਕ ਹੀ ਵੈਲਿਊ ਆ, ਠੀਕ ਹੈ ਨਾ, x ਦੀ ਇੱਕ ਵੈਲਿਊ ਲਈ y ਦੀਆਂ ਦੋ ਵੈਲਿਊਜ਼ ਨਾ ਹੋਣ। ਠੀਕ ਹੈ, ਤਾਂ ਜੇ x ਦੀ ਇੱਕ ਵੈਲਿਊ ਲਈ y ਦੀ ਇੱਕ ਵੈਲਿਊ ਕਿਵੇਂ ਪਤਾ ਚੱਲਦਾ, ਹੁਣ ਸਾਨੂੰ ਆਹ ਗ੍ਰਾਫ ਦਿੱਤਾ ਹੈ, ਅਸੀਂ ਕੀ ਕਰਾਂਗੇ, ਇਸ ਗ੍ਰਾਫ ਦੇ ਉੱਤੇ ਇੱਦਾਂ ਵਰਟੀਕਲ ਲਾਈਨਸ ਖਿੱਚ ਕੇ ਦੇਖਾਂਗੇ। ਜੇ ਤਾਂ ਇਹ ਵਰਟੀਕਲ ਲਾਈਨਸ ਖਿੱਚੇ ਤੋਂ ਇਹ ਗ੍ਰਾਫ ਨੂੰ ਸਿਰਫ ਇੱਕ ਪੁਆਇੰਟ 'ਤੇ ਹੀ ਕੱਟਣ ਤਾਂ ਇਹ ਫੰਕਸ਼ਨ ਹੁੰਦਾ। ਉਹਦਾ ਮਤਲਬ ਹੁੰਦਾ ਵੀ x ਦੀ ਹਰੇਕ ਵੈਲਿਊ ਲਈ y ਦੀ ਇੱਕ ਹੀ ਵੈਲਿਊ, ਆਹ y ਦੀਆਂ ਵੈਲਿਊਜ਼ ਪਤਾ ਕਰਨ ਵਾਸਤੇ ਆ ਜਾਵੇ ਅਸੀਂ ਵਰਟੀਕਲ ਲਾਈਨਸ ਖਿੱਚ। x ਦੀ ਵੈਲਿਊ ਜਿਵੇਂ ਸੇ ਇੱਥੇ ਮੰਨ ਲਓ x ਦੀ ਵੈਲਿਊ 1 ਹੈ ਤਾਂ y ਵੀ ਇੱਕ ਥਾਂ 'ਤੇ ਇਹਨੂੰ ਕੱਟ ਰਿਹਾ, y ਦੀ ਵੈਲਿਊ ਵੀ 1 ਹੈ। ਠੀਕ ਹੈ, ਇੱਕੋ ਹੀ ਵੈਲਿਊ ਹੈ y ਦੀ ਵੀ। ਠੀਕ ਹੈ ਕਿ ਇਸੇ ਤਰ੍ਹਾਂ x ਦੀ ਜੇ ਇੱਥੇ ਵੈਲਿਊ 2 ਹੈ ਤਾਂ y ਦੀ ਉਹਦੇ ਕਰਸਪੋਂਡਿੰਗ ਇੱਥੇ ਇੱਕੋ ਹੀ ਵੈਲਿਊ। ਠੀਕ ਹੋ ਗਈ। ਪਰ ਜੇ ਇਸ ਗ੍ਰਾਫ 'ਤੇ ਅਸੀਂ ਦੇਖੀਏ, ਇੱਥੇ ਜਦੋਂ ਵਰਟੀਕਲ ਲਾਈਨ ਖਿੱਚਾਂਗੇ ਤਾਂ ਕੀ ਹੋਏਗਾ, ਹਰ ਇੱਕ y ਜਿਹੜੀ ਵਰਟੀਕਲ ਲਾਈਨ ਹੈ ਉਹ ਗ੍ਰਾਫ ਨੂੰ ਦੋ ਥਾਂ 'ਤੇ ਕੱਟ ਰਹੀ ਹੈ। ਇਹਦਾ ਮਤਲਬ x ਦੀ ਇਸ ਵੈਲਿਊ ਲਈ ਆਹ x ਦੀ ਇੱਕ ਵੈਲਿਊ ਹੈ, ਸੇ 1 ਹੈ, ਇਹਦੇ ਲਈ y ਦੀ ਆ ਵੀ ਵੈਲਿਊ ਹੈ, ਇੱਥੇ ਵੀ ਵੈਲਿਊ, y ਦੀ ਵੈਲਿਊ ਕਿੱਦਾਂ ਨਿਕਲ ਜਾਂਦੀ ਹੈ, ਇੱਦਾਂ ਲਾਈਨ ਖਿੱਚ ਲਈ। ਠੀਕ ਹੈ ਕਿ ਤਾਂ y ਦੀਆਂ ਦੋ ਵੈਲਿਊਜ਼ ਨੇ, x ਦੀ ਇਸ ਵੈਲਿਊ ਲਈ ਇੱਕ ਤਾਂ y ਦੀ ਆ ਵੈਲਿਊ ਹੈ, ਇੱਕ ਆ ਵੈਲਿਊ। ਠੀਕ ਹੈ ਜੀ। ਇਹਦਾ ਮਤਲਬ ਜਿੰਨੇ ਥਾਂ 'ਤੇ ਜਦੋਂ ਅਸੀਂ ਇੱਦਾਂ ਵਰਟੀਕਲ ਲਾਈਨ ਖਿੱਚਾਂਗੇ ਤਾਂ ਉਹਦੇ ਤੋਂ ਪਤਾ ਚੱਲ ਜਾਏਗਾ ਜਿੰਨੇ ਪੁਆਇੰਟਸ 'ਤੇ ਗ੍ਰਾਫ ਨੂੰ ਲਾਈਨ ਕੱਟਦੀ ਹੈ, ਇਹਦਾ ਮਤਲਬ x ਦੀ ਇੱਕ ਵੈਲਿਊ ਲਈ y ਦੀਆਂ ਓਨੀਆਂ ਵੈਲਿਊਜ਼ ਨੇ। ਤਾਂ ਇਟ ਮੀਨਸ ਆਹ ਜਿਹੜਾ ਗ੍ਰਾਫ ਹੈਗਾ ਇਹ ਫੰਕਸ਼ਨ ਦਾ ਗ੍ਰਾਫ ਨਹੀਂ ਹੈਗਾ, ਆਹ ਫੰਕਸ਼ਨ ਦਾ ਗ੍ਰਾਫ। ਠੀਕ ਹੈ, ਇਹ ਤਾਂ ਸਿੱਧਾ ਸਵਾਲ ਕਈ ਵਾਰੀ ਬਾਈ ਚਾਂਸ ਤੁਹਾਡੇ ਕੋਈ ਵੀ ਜਿਹੜੇ ਕੰਪੀਟੀਸ਼ਨਸ ਆ ਉਹਨਾਂ ਵਿੱਚ ਇੱਦਾਂ ਦੇ ਸਵਾਲ ਆ ਜਾਂਦੇ ਵੀ ਇੱਦਾਂ ਦਾ ਤੁਹਾਨੂੰ ਗ੍ਰਾਫ ਦਿੱਤਾ, ਤੁਹਾਨੂੰ ਪੁੱਛਿਆ ਦੱਸੋ ਇਹਨਾਂ 'ਚੋਂ ਕਿਹੜਾ ਫੰਕਸ਼ਨ ਦਾ ਗ੍ਰਾਫ। ਠੀਕ ਹੈ ਕਿ ਇਹਦਾ ਸਿੰਪਲ ਜਿਹਾ ਟੈਸਟ ਇਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ। ਹੁਣ ਗ੍ਰਾਫਸ ਆਫ ਸਮ ਸਟੈਂਡਰਡ ਫੰਕਸ਼ਨ, ਕੁਝ ਸਟੈਂਡਰਡ ਫੰਕਸ਼ਨ 'ਤੇ ਅਸੀਂ ਗ੍ਰਾਫ ਡਿਸਕਸ ਕਰਦੇ ਹਾਂ, ਕੁਝ ਖਾਸ ਫੰਕਸ਼ਨ ਜਿਨ੍ਹਾਂ ਨੂੰ ਅਸੀਂ ਵਾਰੀ ਯੂਜ਼ ਕਰਨੇ ਪੈਣੇ। ਠੀਕ ਹੈ ਜੀ। ਉਹਦੇ 'ਚੋਂ ਪਹਿਲਾ ਹੈ ਕਾਂਸਟੈਂਟ ਫੰਕਸ਼ਨ। ਕਾਂਸਟੈਂਟ ਫੰਕਸ਼ਨ ਹੁੰਦਾ ਇਫ k is a fixed real number then for f a function f given by fx equals to k for all x belongs to r is called constant function। ठीक है जी। ਇਹਨੂੰ ਅਸੀਂ ਕਾਂਸਟੈਂਟ ਫੰਕਸ਼ਨ ਕਹਿੰਦੇ ਹਾਂ। ਜਿਵੇਂ fx ਦੀ ਵੈਲਿਊ ਇਕੁਅਲਸ ਟੂ k ਹੈ ਤਾਂ x ਦੀ ਜੋ ਮਰਜ਼ੀ ਵੈਲਿਊ ਪੁੱਟ ਕਰਿਓ, ਕਿਉਂਕਿ ਇੱਧਰਲੇ ਪਾਸੇ x ਹੈ ਹੀ ਨਹੀਂਗਾ। x ਦੀ ਵੈਲਿਊ 1 ਪੁੱਟ ਕਰਾਂਗੇ ਤਾਂ ਵੀ ਆਨਸਰ ਹੋਊ, x ਦੀ ਵੈਲਿਊ 2 ਪੁੱਟ ਕਰਾਂਗੇ ਤਾਂ ਵੀ ਆਨਸਰ ਹੋਊ, x ਦੀ ਵੈਲਿਊ 3 ਪੁੱਟ ਕਰਾਂਗੇ ਤਾਂ ਵੀ ਆਨਸਰ ਹੋਊ, x ਦੀ ਵੈਲਿਊ -4 ਪੁੱਟ ਕਰਾਂਗੇ ਤਾਂ ਵੀ, x ਦੀ ਵੈਲਿਊ ਕੁਛ ਹੋਰ 1/2 ਪੁੱਟ ਕਰਾਂਗੇ ਤਾਂ ਵੀ ਆਨਸਰ ਹੋਊ। ਤਾਂ ਇਹਨੂੰ ਅਸੀਂ ਕਾਂਸਟੈਂਟ ਫੰਕਸ਼ਨ ਕਹਿੰਦੇ ਵੀ ਆਨਸਰ ਇੱਕ ਕਾਂਸਟੈਂਟ ਹੀ ਆ ਰਿਹਾ ਹਰ ਵਾਰ। ਠੀਕ ਹੈ ਜੀ। ਇਹਨੂੰ ਅਸੀਂ ਕਹਿੰਦੇ ਕਾਂਸਟੈਂਟ ਫੰਕਸ਼ਨ। ਹੁਣ ਇਹਦੀ ਰੇਂਜ ਤੇ ਡੋਮੇਨ ਕਿਸੇ ਵੀ ਫੰਕਸ਼ਨ ਦੀ ਫਾਈਂਡ ਕਰਨੀ ਹੋਵੇ ਤਾਂ ਗ੍ਰਾਫ ਨੂੰ ਦੇਖ ਕੇ ਅਸੀਂ ਹੁਣ ਇਹ ਦੇਖੋ ਆਹ ਗ੍ਰਾਫ ਹੈ, ਇਹਦਾ ਗ੍ਰਾਫ ਚੈੱਕ ਕਰ ਲਓ ਪਹਿਲਾਂ। ਆ y ਇਕੁਅਲਸ ਟੂ k ਕਹਿ ਲਓ ਜਾਂ x ਇਕੁਅਲਸ ਟੂ k ਕਹਿ ਲਓ, ਇਹਨੂੰ ਅਸੀਂ fx ਇਕੁਅਲਸ ਟੂ k ਵੀ ਕਹਿ ਸਕਦੇ ਹਾਂ, y ਇਕੁਅਲਸ ਟੂ k ਵੀ ਕਹਿ ਸਕਦੇ ਹਾਂ। ਤਾਂ y ਇਕੁਅਲਸ ਟੂ k ਤੇ ਇੱਕ ਲਾਈਨ ਖਿੱਚੀ ਜਾਏਗੀ, ਇਸ ਤਰ੍ਹਾਂ ਦਾ ਇਹਦਾ ਗ੍ਰਾਫ ਕਾਂਸਟੈਂਟ ਫੰਕਸ਼ਨ। y ਦੀ ਜੋ ਵੀ ਇੱਥੇ ਵੈਲਿਊ, ਜੇ ਇੱਥੇ 2 ਹੈ ਤਾਂ ਇੱਥੇ 2 ਤੇ ਜਾ ਕੇ ਗ੍ਰਾਫ ਖਿੱਚਿਆ ਜਾਊਗਾ। ਜੇ ਇਹਦੀ ਸੇ y ਇਕੁਅਲ ਟੂ -1 ਹੈ ਤਾਂ ਇਹ -1 ਤੇ ਇੱਦਾਂ ਖਿੱਚੀ ਜਾਊਗੀ ਇਸ ਤਰੀਕੇ ਨਾਲ। ਠੀਕ ਹੈ ਜੀ। ਤਾਂ ਇਹਦੇ 'ਚ ਦੇਖੋ ਹੁਣ x ਇਹ ਫੰਕਸ਼ਨ ਹੈਗਾ ਸਾਡਾ, ਫੰਕਸ਼ਨ ਹੈਗਾ ਇਹ r to r, ਮਤਲਬ ਡੋਮੇਨ ਵੀ r ਹੈ, ਕੋ ਡੋਮੇਨ ਵੀ r ਹੈ। ਅਤੇ ਇਹਦੀ ਰੇਂਜ ਦੇਖਣ ਕੋ ਡੋਮੇਨ ਤਾਂ ਸਾਨੂੰ ਇੱਥੋਂ ਹੀ ਪਤਾ ਚੱਲ ਜਾਂਦਾ ਸਿੱਧਾ ਹੀ r ਹੈ,
ਇੱਥੋਂ ਵੀ ਪਤਾ ਚੱਲ ਜਾਊਗਾ। ਦੇਖੋ ਜਦੋਂ ਅਸੀਂ ਇਸ ਲਾਈਨ ਤੋਂ ਐਕਸ ਐਕਸਿਸ ਤੇ ਪਰਪੈਂਡੀਕੂਲਰ ਲਾਈਨਸ ਖਿੱਚਾਂਗੇ ਤਾਂ ਦੇਖੋ ਸਾਰੇ ਐਕਸ ਐਕਸਿਸ ਤੇ ਆ ਰਹੀਆਂ ਨੇ ਲਾਈਨਾਂ, यानी एक्स की पॉजिटिव वैल्यू भी है, नैगेटिव वैल्यू भी पॉसिबल है, जीरो भी पॉसिबल है, सारिया वैल्यूज पॉसिबल। पर इस ग्राफ तो जो असं वाई एक्सिस से ग्राफ ड्रॉ परपेंडिकुलर लाइन खिंचांगे तो एक ही थां पर सारिया आ जाएंगी। जितों मर्जी असं परपेंडिकुलर ड्रॉ करिए इस पॉइंट पर आनी के ते, ठीक है ना, वाई इक्वल्स टू के से ना पॉइंट इस पॉइंट पर आ रही तो जी रेंज है यदी वो सिर्फ एक ही पॉइंट है के, ठीक है ना। देखो सब का आंसर के आ रहा है। जो ਅਸੀਂ ਇਹਦਾ ਇੱਦਾਂ ਕਰਕੇ ਐਰੋ ਡਾਇਗਰਾਮ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ 1 2 3 4 1/2 ਜੋ ਮਰਜ਼ੀ ਲਿਖੋ, ਸਾਰੀਆਂ ਕਿੱਥੇ ਜਾਣਗੀਆਂ ਇੱਥੇ ਕੇ ਨਾਲ ਕੋਰਸਪੋਂਡ ਜਾ ਕੇ ਐਸੋਸੀਏਟ ਹੋ ਜਾਣਗੀਆਂ, ਠੀਕ ਹੈ ਕਿ ਨਹੀਂ। ਇਹਦਾ ਮਤਲਬ ਡੋਮੇਨ ਜਿਹੜਾ ਇਹਦਾ ਰੇਂਜ ਹੈ ਉਹ ਸਿਰਫ ਕੇ ਹੈ, ਠੀਕ ਹੈ ਕਿ ਨਹੀਂ, ਰੇਂਜ ਦੇ ਵਿੱਚ ਇਕੱਲਾ ਕੇ ਹੈ। ਇਸੇ ਤਰ੍ਹਾਂ ਆਈਡੈਂਟੀਟੀ ਫੰਕਸ਼ਨ ਕੀ ਹੁੰਦਾ ਹੈ? The function that associate each real number to itself is called identity function। ਜਿਵੇਂ ਆਪਾਂ ਇੱਥੇ ਲੈ ਲਈਏ 1 2 3 4 ਇੱਕ ਸਿੰਪਲ ਐਗਜ਼ਾਮਪਲ ਲੈਂਦੇ ਹੁੰਦੇ ਆਪਾਂ। ਰੀਅਲ ਵੈਲਿਊ ਫੰਕਸ਼ਨ ਹੁਣ ਰੀਅਲ ਸਾਰੇ ਨੰਬਰ ਆਉਣਗੇ, 1 ਨੂੰ 1 ਨਾਲ ਐਸੋਸੀਏਟ ਕਰੇ, 2 ਨੂੰ 2 ਨਾਲ, 3 ਨੂੰ 3 ਨਾਲ ਕਰੇ, 4 ਨੂੰ 4 ਨਾਲ, ਯਾਨੀ ਐਫ ਐਕਸ ਦੀ ਜੇ ਤੁਸੀਂ ਵੈਲਿਊ ਕੱਢੀਏ ਤਾਂ ਐਕਸ ਹੀ ਆ ਜਾਏ, ਤਾਂ ਐਫ ਐਕਸ ਇਕੁਅਲ ਟੂ ਐਕਸ ਕਹਿ ਲਓ। ਇਹਨੂੰ ਅਸੀਂ ਨਾਂ ਸਪੈਸ਼ਲ ਦੇਤਾ ਆਈ ਐਕਸ, आई एक्स आइडेंटिटी फंक्शन होने करके असं आई एक्स कहता, अदरवाइज एफ एक्स लिख दो, वाई इक्वल टू एक्स लिख दो, एको ही गल, ठीक है। तो की है एक्स तो वाई दी वैल्यूज देखो बराबर बराबर, एक्स की वैल्यू 1 होएगी तो वाई की 1, 2 होएगी तो 2, इस तरीके बन जाएगा। आ हो गया तुम्हें पॉइंट थोड़ा, आ पॉइंट हो गया 2 2 पॉइंट है ना, आ 2 2 पॉइंट हो गया, आ 4 4 पॉइंट हो गया, आ 6 6 पॉइंट हो गया। इसी तरह आ -2 पॉइंट हो गया, आ -4 पॉइंट हो गया, आ -6 पॉइंट हो गया, सारे आ जाएंगे। तो एक्स दियाँ भी देखो सारिया वैल्यूज है चार, जो असं इतना परपेंडिकुलर लाइन ड्रॉ करते हैं एक्स एक्सिस से, वो तो पता ही सी वैसे भी R टू R है, तो डोमेन तो यदा R ही है, नो डाउट है ना। रेंज भी यदि R है, देखो सारिया वाई जो जो एक्स दियाँ वैल्यू सारिया वाई दी वैल्यू, क्योंकि वही आंसर आ रहा है। तो वाई भी फिर की हो जाएगा, डोमेन भी रेंज भी यदि वो की हो जाएगी, वो भी R ही हो जाएगी। तो रेंज तो डोमेन दोनों ही है आर, ठीक है ना। अगे आ गया मॉडुलस फंक्शन बारे तुसीं पिछले साल पढ़ा। मॉडुलस फंक्शन की होंदा है कि वैल्यू एक्स होंदी है जो एक्स ग्रेटर दैन इक्वल टू 0 हो, यदि वैल्यू -x होंदी है वैन एक्स लेस दैन 0, ठीक है कि। तो यदा ग्राफ भी तुसीं पिछले साल याद देखिया सीगा, इस तरीके नाल V बनदा इत्थे है ना। तो ये तुसीं देखो एक्स दी वैल्यूज तो क्योंकि R टू R फंक्शन है रियल सारिया वैल्यूज आ जाएंगी, सारिया रियल वैल्यूज एक्स दी वैल्यूज हो सकती हैं। वाई दी वैल्यूज की आ रही हैं, देखो सिर्फ उपर ही आ रहा भाई पॉजिटिव साइड पर, लैफ्ट जी हेठली साइड पर जा ही नहीं रहा ग्राफ, हेठले पासे जाऊगा तो ही बनना। हम जो इसे वाई एक्सिस से इस पॉइंट इस ग्राफ तो वाई एक्सिस से असें जे परपेंडिकुलर ड्रॉ करांगे वाई एक्सिस से, तो सिर्फ उपरले पॉजिटिव साइड पर आ रहा, नैगेटिव साइड पर नहीं आ रहा, इधरले पासे कुछ नहीं आ रहा। तो रेंज है जी यदि वो पॉजिटिव रियल नंबर की होगी, यानी 0 टू इनफिनिटी तक, ठीक है। तो 0 टू इनफिनिटी है ऑल नॉन नैगेटिव रियल नंबर, ठीक है। अगे ग्रेटेस्ट इंटीजर फंक्शन बारे असीं जानने, ठीक है जी। एक ही होंदा फॉर एनी रियल नंबर एक्स वी यूज सिंबल स्क्वायर ब्रैकेट यूज करते हैं, जहाँ हेठले पासे बोर्ड के उपरों सीधा रख लेंगे। डिनोट्स द ग्रेटेस्ट इंटीजर लैस दैन और इक्वल टू एक्स। कोई नंबर है एक्स है ना, एक्स कोई रियल नंबर है, ठीक है ना। यदा जो आंसर है वो कोई इत्थे इंटीजर आऊगा जिहड़ा एक्स तो छोटा है, एक्स तो जस्ट छोटा है। जिमें आपां कहिए भी 2.5 इंटीजर नहीं हैगा, पर यह तो जो छोटा इंटीजर देखिए 2.5 कितने आएगा, 2 ਤੇ 3 के विचाले इस थां पर आएगा, ठीक है इस जगह तो यह तो छोटा इंटीजर किहड़ा 2, इसका आंसर 2 आ जाएगा। इस तरह जो कोई करे 3.65, यदा असीं ग्रेटेस्ट इंटीजर फाइंड करिए, ग्रेटेस्ट इंटीजर लैस दैन दिस, ठीक है ना। उत्ते नूं जाइए तो उत्ते तो ग्रेटेस्ट इंटीजर का कोई अंत नहीं,
5 ਤੋਂ ਉੱਪਰ ਗ੍ਰੇਟੈਸਟ ਤਾਂ ਫਿਰ ਜਿੰਨਾ ਮਰਜ਼ੀ ਤੁਰੇ ਚਲੋ। ਇਹ ਤੋਂ ਹੇਠਾਂ ਗ੍ਰੇਟੈਸਟ ਕਿਹੜਾ 3.5 ਤੋਂ 3.5 ਤੋਂ ਹੇਠਲੇ ਪਾਸੇ 3 ਆਏਗਾ ਗ੍ਰੇਟੈਸਟ। ਜੇ ਅਸੀਂ ਕਹੀਏ -5 4.2, ਹੁਣ -4.2 ਤੇ ਅਸੀਂ ਕਈ ਵਾਰੀ ਗਲਤੀ ਕਰ ਜਾਂਦੇ ਆ 3 ਹੈ ਮਾਈਨਸ ਦਾ, ਹੈ ਨਾ। ਇਹ ਤੋਂ ਬਾਅਦ ਆ 4 ਹੈ, ਆ 4.2 ਇੱਥੇ ਆਏਗਾ ਇਸ ਤੋਂ ਅੱਗੇ ਜਾ ਕੇ। ਤਾਂ ਇਹ ਕਿਹਦੇ ਵਿਚਾਲੇ ਆ ਰਿਹਾ -4 ਤੇ -5 ਦੇ ਵਿਚਾਲੇ। ਤਾਂ ਇਹ ਤੋਂ ਛੋਟਾ ਕਿਹੜਾ -5 ਆਈ ਆਨਸਰ ਆਊਗਾ। ਇੱਥੇ ਅਸੀਂ ਕਈ ਵਾਰੀ ਮਿਸਟੇਕ ਕਰ ਦਿੰਦੇ ਹਾਂ, ਮਾਈਨਸ ਵੇਲੇ ਖਿਆਲ ਰੱਖਣਾ ਹੈ -4.2 ਤੋਂ ਛੋਟਾ ਇੰਟੀਜਰ -5 ਆਏਗਾ, ਠੀਕ ਹੈ। ਤਾਂ ਇਹ ਚੀਜ਼ਾਂ ਆ ਇਹਦਾ ਗ੍ਰਾਫ ਹੈ, ਇਹਦੇ ਅਸੀਂ ਪਿਛਲੇ ਸਾਲ ਵੀ ਦੇਖੇ ਸੀ। ਸਮੋਲੈਸਟ ਇੰਟੀਜਰ ਫੰਕਸ਼ਨ, ਇਹਨੂੰ ਅਸੀਂ ਸੀਲਿੰਗ ਫੰਕਸ਼ਨ ਕਹਿੰਦੇ, ਇਹਨੂੰ ਅਸੀਂ ਫਲੋਰ ਫੰਕਸ਼ਨ ਕਹਿੰਦੇ, ਇਹਨੂੰ ਅਸੀਂ ਸੀਲਿੰਗ ਫੰਕਸ਼ਨ ਕਹਿੰਦੇ, ਠੀਕ ਹੈ ਨਾ। ਸਮੋਲੈਸਟ ਇੰਟੀਜਰ ਫੰਕਸ਼ਨ ਫॉर ਐਨੀ ਰੀਅਲ ਨੰਬਰ x ਵੀ ਯੂਜ਼ ਅ ਸਿੰਬਲ ਇਸ ਤਰ੍ਹਾਂ ਦਾ ਟੂ ਡਿਨੋਟ ਦ ਸਮੋਲੈਸਟ ਇੰਟੀਜਰ ਗ੍ਰੇਟਰ ਦੈਨ ਔਰ ਇਕੁਅਲ ਟੂ x, ਗ੍ਰੇਟਰ ਦੈਨ ਹੋਵੇ ਜਾਂ ਉਹਦੇ ਬਰਾਬਰ ਹੋਵੇ। ਤਾਂ ਜਿਵੇਂ 2.5 ਤੋਂ ਉੱਪਰਲਾ, ਉੱਪਰ ਸਭ ਤੋਂ ਛੋਟਾ 2.5 ਤੋਂ ਉੱਪਰਲੇ ਪਾਸੇ ਸਭ ਤੋਂ ਛੋਟਾ ਇੰਟੀਜਰ ਕਿਹੜਾ 3। ਇਸੇ ਤਰ੍ਹਾਂ 5 ਤਾਂ ਖੁਦ ਹੀ ਇੰਟੀਜਰ ਆ, ਤਾਂ 5 ਤੋਂ ਉੱਪਰ ਦਾ ਜਾਂ ਮਤਲਬ ਨਹੀਂ 5 ਵੀ ਖੁਦ ਆਪਣੇ ਆਪ 'ਚ ਸਭ ਤੋਂ ਛੋਟਾ ਇੰਟੀਜਰ। ਅਤੇ -3.61 ਦੇ ਵਿੱਚ ਕੀ ਹੈ -3.61 ਇਹਦੇ ਤੋਂ ਵੱਡਾ, ਪਰ ਸਭ ਤੋਂ ਇਹ ਤੋਂ ਵੱਡਾ ਵੱਡਿਆਂ 'ਚੋਂ ਸਭ ਤੋਂ ਛੋਟਾ, ਯਾਨੀ -3 ਆ ਜਾਏ। -3.65 ਆਉਣਾ, 61 ਕਿੱਥੇ ਆਉਣਾ ਸੀ 3 ਤੇ 4 ਦੇ ਵਿਚਾਲੇ ਇਸ ਜਗ੍ਹਾ। ਇਹ ਤੋਂ ਵੱਡਾ ਕਿਹੜਾ ਹੈ -3 ਹੈ, ਠੀਕ ਹੈ ਨਾ। ਤਾਂ ਇਹ ਤੋਂ ਵੱਡਿਆਂ 'ਚੋਂ ਸਭ ਤੋਂ ਛੋਟਾ, ਤਾਂ ਠੀਕ ਹੈ। ਤਾਂ ਇਹਦੇ 'ਚ ਤੁਸੀਂ ਦੇਖੋ ਆਨਸਰ ਜਿਹੜਾ ਆ ਰਿਹਾ ਹਮੇਸ਼ਾ ਉਹ ਇੱਕ ਇੰਟੀਜਰ ਆ ਰਿਹਾ, ਉੱਪਰਲੇ 'ਚ ਵੀ ਅਤੇ ਹੇਠਲੇ 'ਚ ਵੀ। ਇਹਦੇ 'ਚ ਵੀ ਜਦੋਂ ਅਸੀਂ ਕੱਢਾਂਗੇ ਤਾਂ ਇੰਟੀਜਰ ਹੀ ਆਨਸਰ ਆਉਣਗੇ, ਯਾਨੀ ਇਹਦੀ ਜਿਹੜੀ ਰੇਂਜ ਹੈ ਉਹ ਇੰਟੀਜਰਸ ਹੋਣਗੇ ਇਕੱਲੇ, ਉਹਦੇ ਵਿੱਚ ਰੀਅਲ ਨੰਬਰ ਕਦੇ ਨਹੀਂ ਆਏਗਾ। ਤਾਂ ਇੰਟੀਜਰਸ ਆਨਸਰ, ਇਹਦੀ ਜਿਹੜੀ ਰੇਂਜ ਹੈ, ਇਹਦੀ ਵੀ ਰੇਂਜ ਹੈ ਜਿਹੜੀ ਹੇਠਲੇ ਦੀ, ਇਹਦੀ ਰੇਂਜ ਵੀ ਇੰਟੀਜਰ ਹੈ, ਠੀਕ ਹੋ ਗਿਆ। ਪਰ ਅੱਗੇ ਆ ਗਿਆ ਸਾਈਨਮ ਫੰਕਸ਼ਨ। ਸਾਈਨਮ ਫੰਕਸ਼ਨ ਹੁੰਦਾ ਮੋਡੂਲਸ x/x ਵੈਨ x ਇਜ਼ ਨਾਟ ਇਕੁਅਲ ਟੂ 0, ਅਤੇ ਇਹਦੀ ਵੈਲਿਊ 0 ਹੁੰਦੀ ਹੈ ਜਦੋਂ x ਇਕੁਅਲ ਟੂ 0 ਹੁੰਦਾ। ਤਾਂ ਹੁਣ ਮੋਡੂਲਸ x ਦੀ ਤੁਹਾਨੂੰ ਵੈਲਿਊ ਪਤਾ ਹੈ, ਮੋਡੂਲਸ x ਬਾਰੇ ਵੀ ਅੱਗੇ ਆਪਾਂ ਡਿਸਕਸ ਕਰਕੇ ਆਏ ਹੋਏ ਹਾਂ ਪਹਿਲਾਂ। ਮੋਡੂਲਸ x ਕੀ ਹੁੰਦਾ ਹੈ, ਇਹਦੀ ਵੈਲਿਊ -x ਹੁੰਦੀ ਹੈ ਜਦੋਂ x ਗ੍ਰੇਟਰ ਦੈਨ ਇਕੁਅਲ ਟੂ 0 ਹੋਵੇ, ਹੈ ਨਾ। ਅਤੇ ਇਹਦੀ ਵੈਲਿਊ x ਹੁੰਦੀ ਹੈ ਵੈਨ ਪਲੱਸ x ਹੁੰਦੀ ਹੈ, ਇੱਥੇ ਵੈਨ x ਇਜ਼ ਲੈਸ ਦੈਨ 0, ਹੈ ਨਾ। ਇਸ ਤਰੀਕੇ ਨਾਲ ਹੀ ਕਰਿਆ ਸੀਗਾ। ਹੁਣ ਇਹ ਜਿਹੜਾ ਫੰਕਸ਼ਨ ਸੀਗਾ f(x) ਕੀ ਸੀ, ਮੋਡੂਲਸ ਆਫ x, ਯਾਨੀ ਉੱਪਰ ਜੇ ਅਸੀਂ ਲਿਖੀਏ ਮੋਡੂਲਸ ਆਫ x ਦੀ ਥਾਂ 'ਤੇ -x/x ਹੋ ਜਾਏਗਾ। ਕਦੋਂ ਹੋਏਗਾ, ਜਦੋਂ x ਜਿਹੜਾ 0 ਤੋਂ ਛੋਟਾ, ਬਰਾਬਰ ਨਹੀਂ ਲਿਖਾਂਗੇ ਕਿਉਂਕਿ ਬਰਾਬਰ 'ਤੇ ਇਹਦੀ ਡੈਫੀਨੇਸ਼ਨ ਹੋਰ ਹੈ। ਤਾਂ ਜਦੋਂ x ਦੀ ਵੈਲਿਊ 0 ਦੇ ਬਰਾਬਰ ਆ ਉਦੋਂ ਇਹ 0 ਹੈ, ਅਤੇ ਜਦੋਂ ਇਹ x ਤੋਂ ਵੱਡਾ, x ਜਿਹੜਾ 0 ਤੋਂ ਵੱਡਾ ਹੈ ਤਾਂ ਇਹਦੀ ਵੈਲਿਊ ਹੋਏਗੀ x/x, ਜਦੋਂ x 0 ਤੋਂ ਵੱਡਾ ਹੋ ਗਿਆ। ਤਾਂ ਇਹਦਾ ਹੁਣ ਆਨਸਰ ਕੀ ਆਇਆ -x/x ਕਿੰਨਾ ਹੋਏਗਾ -1 ਅਤੇ 1, ਅਤੇ ਵੈਨ x ਇਜ਼ ਲੈਸ ਦੈਨ 0, ਵੈਨ x ਇਕੁਅਲ ਟੂ 0, ਵੈਨ x ਇਜ਼ ਗ੍ਰੇਟਰ ਦੈਨ 0, ਠੀਕ ਹੈ ਜੀ। ਤਾਂ ਜਦੋਂ ਤਾਂ x ਦੀ ਵੈਲਿਊ 0 ਤੋਂ ਵੱਡੀ ਹੈ ਉਦੋਂ ਤਾਂ ਇਹਦਾ ਆਨਸਰ -1 ਆਏਗਾ, ਜਾਣੀ ਜਦੋਂ ਅਸੀਂ ਗ੍ਰਾਫ ਮਾਈਨਸ ਵਾਲੇ ਪਾਸੇ ਜਾਵੇਗਾ ਤਾਂ y ਇਕੁਅਲ ਟੂ 1  'ਤੇ ਇਹਦਾ ਗ੍ਰਾਫ ਬਣੇਗਾ f(x) ਇਕੁਅਲ ਟੂ। ਇਸੇ ਤਰ੍ਹਾਂ ਜਦੋਂ x ਦੀ ਵੈਲਿਊ 0 ਤੋਂ ਉੱਪਰ ਜਾਏਗੀ ਇੱਧਰ ਨੂੰ, ਤਾਂ ਉਦੋਂ ਇਹਦੀ ਵੈਲਿਊ ਹੋਏਗੀ 1, ਤਾਂ 1 'ਤੇ ਬਣ ਜਾਏਗਾ ਗ੍ਰਾਫ, ਠੀਕ ਹੈ ਕਿ y ਇਕੁਅਲ ਟੂ 1 'ਤੇ। ਅਤੇ ਜਦੋਂ 0 ਉਦੋਂ 0 ਹੈਗੀ ਹੈ, ਤਾਂ 0 ਵੇਲੇ ਦੀ ਵੈਲਿਊ 0 ਹੀ ਹੋਏਗੀ ਇਸ ਥਾਂ 'ਤੇ। ਤਾਂ ਹੀ ਉਸ ਥਾਂ 'ਤੇ 0 ਵਾਲੀ ਜਗ੍ਹਾ 'ਤੇ ਅਸੀਂ ਇਹਨਾਂ ਨੂੰ ਫੋਲੋ ਰੱਖਿਆ ਹੋਇਆ, ਇੱਥੇ ਨੂੰ ਫਿਲ ਕਰਨਾ ਹੈ, ਠੀਕ ਹੈ। ਇੱਥੇ ਫੋਲੋ ਰੱਖਿਆ, ਤਾਂ ਇਹਦੇ 'ਚ ਹੁਣ ਡੋਮੇਨ ਤਾਂ ਤੁਹਾਨੂੰ ਪਤਾ R ਹੈ, R ਫੰਕਸ਼ਨ ਸੀਗਾ, ਤਾਂ ਡੋਮੇਨ ਤਾਂ ਇਹਦਾ R ਹੈ, ਸਾਰੀਆਂ x ਦੀਆਂ ਵੈਲਿਊ ਸਾਰੀਆਂ ਪੋਸੀਬਲ। ਰੇਂਜ ਇਹਦੀ ਸਿਰਫ -1, 0 ਅਤੇ 1, ਬਸ 3 ਹੀ ਐਲੀਮੈਂਟਸ ਆਉਣਗੇ। ਕੋਈ ਮਰਜ਼ੀ ਅਸੀਂ x ਦੀ ਵੈਲਿਊ ਪੁੱਟ ਕਰੀਏ, ਜਦੋਂ ਪੋਜ਼ੀਟਿਵ ਪੁੱਟ ਕਰਾਂਗੇ ਤਾਂ ਇਹਦੀ ਵੈਲਿਊ 1 ਆ ਜਾਏਗੀ, ਜਦੋਂ ਅਸੀਂ x ਦੀ ਵੈਲਿਊ ਨੈਗੇਟਿਵ ਪੁੱਟ ਕਰਾਂਗੇ ਤਾਂ -1 ਆ ਜਾਏਗੀ, x ਦੀ ਵੈਲਿਊ 0 ਪੁੱਟ ਕਰਾਂਗੇ ਤਾਂ 0। ਅੱਗੇ ਆ ਗਿਆ ਸਕੁਆਇਰ ਫੰਕਸ਼ਨ। ਸਕੁਆਇਰ ਫੰਕਸ਼ਨ ਦੇ ਵਿੱਚ
ਐਫ ਐਕਸ ਇਕੁਅਲ ਟੂ ਐਕਸ ਸਕੁਆਇਰ ਇਹ ਇਹਦਾ ਫੰਕਸ਼ਨ ਹੈ। ਜਦੋਂ ਗ੍ਰਾਫ ਬਣਾਵਾਂਗੇ ਤਾਂ ਇਸ ਤਰੀਕੇ ਨਾਲ ਬਣੇਗਾ। ਜਦੋਂ ਤੁਸੀਂ +2 ਪੁੱਟ ਕਰੋਗੇ ਤਾਂ ਵੀ ਆਨਸਰ ਇਹਦਾ 4 ਆਏਗਾ, -2 ਪੁੱਟ ਕਰੋਗੇ ਤਾਂ ਵੀ ਆਨਸਰ 4 ਆਏਗਾ। ਐਸੇ ਤਰੀਕੇ ਨਾਲ 1 ਪੁੱਟ ਕरें ਤਾਂ 1 ਆਊਗਾ। ਤੇ ਇਦਾਂ ਦਾ ਗ੍ਰਾਫ ਠੀਕ ਹੈ ਕਿ ਇਹ 'ਚ ਐਕਸ ਦੀਆਂ ਵੈਲਿਊਜ਼ ਤਾਂ ਸਾਰੀਆਂ ਰੀਅਲ ਨੰਬਰਸ ਆ ਜਾਣਗੇ। ਵਾਈ ਦੀਆਂ ਵੈਲਿਊਜ਼ ਆ ਜਿਹੜੀਆਂ ਦੇਖੋ ਸਿਰਫ ਉੱਪਰਲੇ ਪਾਸੇ ਬਣ ਗਿਆ ਵਾਈ ਦਾ। ਤਾਂ ਇਹਦਾ ਮਤਲਬ ਜਿਹੜੀ ਇਹਦੀ ਰੇਂਜ ਹੈ ਉਹ ਸਿਰਫ ਪੋਜ਼ਿਟਿਵ ਨਾਨ ਨੈਗੇਟਿਵ ਰੀਅਲ ਨੰਬਰਸ ਹੈ, ਯਾਨੀ 0 to ਆ ਇਹਦੀ ਰੇਂਜ। ਇਸੇ ਤਰ੍ਹਾਂ ਸਕੁਆਇਰ ਰੂਟ ਫੰਕਸ਼ਨ ਦੇ ਵਿੱਚ ਅਸੀਂ ਸਿਰਫ ਪੋਜ਼ਿਟਿਵ ਨੰਬਰ ਇਹਦੇ ਜਿਹੜਾ ਹੈਗਾ ਡੋਮੇਨ ਰੇਂਜ ਹੈ ਡੋਮੇਨ ਹੈ ਉਹ ਸਿਰਫ ਪੋਜ਼ਿਟਿਵ ਨੰਬਰ ਲੈਣੇ ਅਸੀਂ। ਐਫ ਐਕਸ ਇਕੁਅਲ ਟੂ ਸਕੁਆਇਰ ਰੂਟ ਆਫ ਐਕਸ। ਇਹ ਸਕੁਆਇਰ ਰੂਟ ਦੇ ਵਿੱਚ ਐਕਸ ਤੁਹਾਨੂੰ ਪਤਾ ਹੈ ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ 0 ਹੋਣਾ ਚਾਹੀਦਾ। ਨੈਗੇਟਿਵ ਨੰਬਰ ਅਸੀਂ ਸਕੁਆਇਰ ਰੂਟ ਦੇ ਵਿੱਚ ਲਵਾਂਗੇ ਤਾਂ ਆ ਜਿਹੜੀ ਵੈਲਿਊ ਹੈ ਰੀਅਲ ਨਹੀਂ ਰਹਿ ਜਾਣੀ, ਫਿਰ ਇਹ ਨਾਨ ਰੀਅਲ ਹੋ ਜਾਏਗਾ। ਠੀਕ ਹੈ ਕਿ ਇਹਦਾ ਰੀਅਲ ਹੋਣਾ ਵੀ ਤਾਂ ਜ਼ਰੂਰੀ ਹੈ ਰੀਅਲ ਫੰਕਸ਼ਨ ਦਾ। ਠੀਕ ਹੈ ਕਿ ਤਾਂ x ਦੀ ਵੈਲਿਊ ਅਸੀਂ ਗ੍ਰੇਟਰ ਦੈਨ 0 ਰੱਖਾਂਗੇ, ਯਾਨੀ ਇਹਦਾ ਜਿਹੜਾ ਡੋਮੇਨ ਹੈ ਉਹ r+ ਹੋਏਗਾ। r+ ਦਾ ਮਤਲਬ ਪੋਜ਼ਿਟਿਵ ਰੀਅਲ ਨੰਬਰ 2r ਤੇ ਰੇਂਜ ਇਹਦੀ r ਹੈਗੀ ਹੈ। ਤੇ ਜਿਵੇਂ ਜਿਵੇਂ ਅਸੀਂ ਇਹਦੇ ਵਿੱਚ ਪੋਜ਼ਿਟਿਵ ਨੰਬਰਸ ਭਰੇ ਚੱਲਾਂਗੇ ਤਾਂ ਇਹਦਾ ਆਨਸਰ ਹੈ ਜਿਹੜਾ ਹੁਣ ਤੁਸੀਂ ਕਈ ਵਾਰੀ ਇਹ ਵੀ ਦੇਖਿਆ ਹੋਏਗਾ ਵੀ ਜੇ ਅਸੀਂ f(x) ਦੀ ਹੁਣ ਫਾਈਂਡ ਕਰਨੀ ਵੈਲਿਊ ਸੇ 2 ਭਰ ਦੇ 2 ਦਾ ਆਨਸਰ ਕੀ ਹੋਣਾ ਜਾਂ 4 ਭਰ ਲਓ 2 ਦੀ ਜਾਏਗੀ ਤਾਂ ਇਹਦਾ ਆਨਸਰ ਕੀ ਆਉਂਦਾ ਹੁੰਦਾ +-2 ਆਉਂਦਾ। ਪਰ ਅਸੀਂ ਇਹਦੇ 'ਚ ਇਕੱਲਾ ਪਲੱਸ ਵਾਲਾ ਆਨਸਰ ਲਵਾਂਗੇ, ਨੈਗੇਟਿਵ ਵਾਲਾ ਆਨਸਰ ਨਹੀਂ ਲੈਣਾ। ਇੱਥੇ ਨਾ ਲਿਖੋ ਲਿਖਿਆ ਹੋਇਆ f(x) + √x। ਠੀਕ ਹੈ ਨਾ, ਮਾਈਨਸ ਵਾਲਾ ਨਹੀਂ ਆਨਸਰ ਲੈਣਾ ਦੇਖੋ, ਕਿਉਂਕਿ ਮਾਈਨਸ ਲੈ ਲਿਆ ਤਾਂ ਫਿਰ ਤਾਂ f(x) ਦੀਆਂ ਦੋ ਵੈਲਿਊਜ਼ ਹੋ ਗਈਆਂ, f(x) ਦੀ ਤਾਂ ਇੱਕੋ ਹੀ ਵੈਲਿਊ ਪੋਸੀਬਲ ਹੋਣੀ ਚਾਹੀਦੀ। ਆਪਾਂ ਉੱਤੇ ਡਿਸਕਸ ਕਰਕੇ ਆਏ ਇੰਨਾ ਲੰਮਾ ਚੌੜਾ ਵੀ ਇਮੇਜ ਇੱਕ ਹੀ ਬਣਨੀ ਚਾਹੀਦੀ। ਹੁਣ ਕੀ ਹੋਇਆ x ਦੀ ਵੈਲਿਊ ਤਾਂ ਅਸੀਂ 4 ਭਰ ਲਈ ਤੇ f(x) ਦੀਆਂ ਦੋ ਵੈਲਿਊਜ਼ ਨੇ, ਜਿਹਨੇ 4 ਹੈ ਜਿਹੜਾ ਉਹ -2 ਨਾਲ ਵੀ ਰਿਲੇਟ ਹੋ ਗਿਆ, 4 + 2 ਨਾਲ ਵੀ ਰਿਲੇਟ ਹੋ ਗਿਆ, ਫਿਰ ਤਾਂ ਫੰਕਸ਼ਨ ਹੀ ਨਹੀਂ ਰਿਹਾ, ਫਿਰ ਤਾਂ ਇਟ ਇਜ਼ ਨਾਟ ਅ ਫੰਕਸ਼ਨ। ਠੀਕ ਹੈ ਕਿ ਸੋ ਇਹਨੂੰ ਫੰਕਸ਼ਨ ਜੇ ਅਸੀਂ ਰੱਖਣਾ ਚਾਹੁੰਦੇ ਹਾਂ ਤਾਂ ਇੱਥੇ ਸਿਰਫ ਪੋਜ਼ਿਟਿਵ ਵੈਲਿਊਜ਼ ਅਸੀਂ ਲੈਣੇ ਇਸ ਕਾਲਡ ਸਕੁਆਇਰ ਰੂਟ ਫੰਕਸ਼ਨ। ਇਹ 'ਚ ਹੁਣ ਤੁਹਾਨੂੰ ਪਤਾ ਹੀ ਹੈ ਵੀ ਵੈਲਿਊਜ਼ ਭਰੇ ਚੱਲੋ ਤੇ ਸਕੁਆਇਰ ਰੂਟ ਨਿਕਲੀ ਚੱਲੂਗਾ, ਉਹਦੇ ਨਾਲ ਇਸ ਤਰ੍ਹਾਂ ਗ੍ਰਾਫ ਬਣਦਾ ਜਾਊਗਾ। ਤੇ ਇਹਦੇ ਵਿੱਚ x ਤਾਂ x ਵੀ ਪੋਜ਼ਿਟਿਵ ਰੀਅਲ ਨੰਬਰ ਨੇ ਤੇ ਜਿਹੜੇ r ਹੈ ਉਹ ਵੀ ਜਿਹੜੀ ਇਹਦੀ ਰੇਂਜ ਹੈ ਉਹ ਵੀ ਕੀ ਹੈ 0 to ∞ ਪੋਜ਼ਿਟਿਵ ਨੰਬਰ ਵੀ ਹੈ। ਠੀਕ ਹੈ, ਅੱਗੇ ਆ ਗਿਆ ਕਿਊਬ ਫੰਕਸ਼ਨ। ਕਿਊਬ ਫੰਕਸ਼ਨ f(x) = x³ ਨੂੰ ਅਸੀਂ ਕਹਿੰਦੇ r to r। ਇਹਦਾ ਵੀ ਗ੍ਰਾਫ ਆ ਤੁਹਾਡੇ ਸਾਹਮਣੇ ਮੈਂ x ਦੀਆਂ ਵੈਲਿਊਜ਼ ਪੁੱਟ ਕਰੀ ਜਦੋਂ y ਦੀਆਂ ਵੈਲਿਊਜ਼ ਪੇਜ ਬਣਾਉਂਗੇ। ਠੀਕ ਹੈ ਕਿ ਇਹ ਤੁਹਾਨੂੰ ਪਤਾ ਹੀ ਹੈ r ਤਾਂ ਇਹਦਾ ਡੋਮੇਨ ਤਾਂ ਇਹਦੀ ਹੈਗੀ ਵੀ ਹੈ ਰੀਅਲ ਨੰਬਰ, ਇਹਦੀ ਰੇਂਜ ਵੀ ਰੀਅਲ ਨੰਬਰ ਹੈ r ਹੀ। ਠੀਕ ਹੈ ਕਿ ਇਸੇ ਤਰ੍ਹਾਂ ਕਿਊਬ ਰੂਟ ਫੰਕਸ਼ਨ ਇਸ ਤਰੀਕੇ ਦਾ ਗ੍ਰਾਫ ਬਣਦਾ। ਠੀਕ ਹੈ, ਤਾਂ ਇਹਦੇ ਵਿੱਚ ਵੀ ਤੁਸੀਂ ਦੇਖੋ ਡੋਮੇਨ ਤੇ ਰੇਂਜ ਹੈ ਜਿਹੜੀ r। ਠੀਕ ਹੈ, ਸੋ ਇਹ ਚੀਜ਼ਾਂ ਸਾਡੇ ਖਿਆਲ 'ਚ ਹੋਣੀਆਂ ਚਾਹੀਦੀਆਂ, ਇਹਨਾਂ ਦੇ ਅਸੀਂ ਯੂਜ਼ ਕਰਨੀ ਹੈ ਜਦੋਂ ਅਸੀਂ ਅੱਗੇ ਕੁਐਸਚਨਸ ਕਰਨੇ ਆ। ਉੱਥੇ ਇਹਨਾਂ ਫੰਕਸ਼ਨਸ ਦਾ ਜੇ ਗ੍ਰਾਫ ਸਾਡੇ ਧਿਆਨ ਵਿੱਚ ਹੋਏਗਾ ਸਾਨੂੰ ਬੜਾ ਈਜ਼ੀ ਹੋ ਜਾਏਗਾ ਸਮਝਣਾ। ਕਈ ਚੀਜ਼ਾਂ ਨੂੰ ਗ੍ਰਾਫ ਨਾਲ ਬੜਾ ਈਜ਼ੀਲੀ ਸਮਝਿਆ ਜਾਂਦਾ ਹੈ, ਬਜਾਏ ਉਹਨੂੰ ਥਿਓਰੀ ਦੇ ਵਿੱਚ ਸਮਝਣ ਦੇ ਉਹਨੂੰ ਗ੍ਰਾਫ ਨਾਲ ਬੜੇ ਈਜ਼ੀ ਢੰਗ ਨਾਲ ਸਮਝ ਕੇ ਕਰ ਸਕਦੇ ਹਾਂ। ਸੋ ਇਹ ਗ੍ਰਾਫ ਜਿਹੜੇ ਅੱਜ ਅਸੀਂ ਫੰਕਸ਼ਨ ਨਾਲ ਰਿਲੇਟਡ ਕੀਤੇ ਨੇ ਤੁਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਦਿਮਾਗ ਦੇ ਵਿੱਚ ਯਾਦ ਰੱਖਣਾ ਤਾਂ ਕਿ ਅਸੀਂ ਇਹਨਾਂ ਨੂੰ ਅੱਗੇ ਯੂਜ਼ ਕਰ ਸਕੀਏ। ਸੋ ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਦੇ ਹਾਂ। ਕੱਲ੍ਹ ਨੂੰ ਆਪਾਂ ਕਰਾਂਗੇ ਟਾਈਪਸ ਆਫ ਫੰਕਸ਼ਨਸ, ਮੋਸਟ ਇੰਪੋਰਟੈਂਟ ਟੌਪਿਕ ਹੈ। ਠੀਕ ਹੈ ਜੀ, ਸੋ ਅੱਜ ਦਾ ਇੱਥੇ ਖਤਮ।